ਵਾਹਿਗੁਰੂ ਜੀ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਜੋ ਵੀ ਸਤਿਗੁਰੂ ਮਹਾਰਾਜ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਹੋ, ਆਓ ਮਨ ਬੇਤੀਆਂ ਇਕਾਗਰ ਕਰੋ। ਸਤਿਗੁਰਾਂ ਦੀ ਕਿਰਪਾ ਨਾਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਆਰੰਭ ਸਤਿਗੁਰਾਂ ਨੇ ਕਰਵਾਈ, ਸ੍ਰੀ ਜਪਜੀ ਸਾਹਿਬ ਦੀ ਕਥਾ ਅੱਜ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਇਹਦੀ ਵਿਚਾਰ ਹੋਣੀ ਹੈ। ਜਤ ਪਹਾਰਾ ਧੀਰਜ ਸੁਨਿਆਰ ਇਹ ਵਿਚਾਰਾਂ ਕੱਲ ਹੋ ਚੁੱਕੀਆਂ। ਸੋ ਵਿਚਾਰ ਕਰਨ ਤੋਂ ਪਹਿਲਾਂ ਇੱਥੇ ਸ਼ਬਦ ਸ਼ਲੋਕ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ 'ਚ ਪਹਿਲੀ ਵਾਰ ਮਹਾਰਾਜ ਨੇ ਵਰਤਿਆ। ਇੱਕ ਓਅੰਕਾਰ ਤੋਂ ਲੈ ਕੇ ਜਪਜੀ ਸਾਹਿਬ ਦੇ ਵਿੱਚ ਸ਼ਲੋਕ ਸ਼ਬਦ ਆਇਆ ਹੈ। ਇਸ ਕਰਕੇ ਪਹਿਲਾਂ ਥੋੜ੍ਹੇ ਜਿਹੇ ਸ਼ਲੋਕ ਸ਼ਬਦ ਦੀ ਵਿਚਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਰਵਾ ਲੈਣਗੇ। ਫਿਰ ਜਿਵੇਂ ਸਿੱਧਾਂ ਦੇ ਪ੍ਰਸ਼ਨ ਹੈ, ਜੋ ਵਿਚਾਰਾਂ ਆਉਣਗੀਆਂ ਤੇ ਉਹ ਆਪ ਸਰਵਣ ਕਰੋਗੇ। ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਸ਼ਲੋਕ। ਸੋ ਜਿਹੜਾ ਸ਼ਲੋਕ ਹੈ ਇਹਦੇ ਕੋਸ਼ਾਂ ਅਨੁਸਾਰ ਜੇ ਇਸ ਦੀ ਵਿਚਾਰ ਕਰੀਏ, ਸ਼ਲੋਕ ਇਹ ਛੰਦ ਦਾ ਨਾਮ ਹੈ ਸੰਸਕ੍ਰਿਤ ਭਾਸ਼ਾ ਦੇ ਅਨੁਸਾਰ, ਤੇ ਉਹਦੇ 'ਚ ਅਨੁਸ਼ਟਭ ਛੰਦ, ਉਹਨਾਂ ਛੰਦਾਂ ਨੂੰ ਸ਼ਲੋਕ ਕਿਹਾ ਜਾਂਦਾ ਹੈ, ਜਿਨ੍ਹਾਂ ਵਿੱਚ 16-16 ਅੱਖਰਾਂ ਦੀਆਂ 2 ਮਾਤਰਾ, 16-16 ਅੱਖਰਾਂ ਦੀਆਂ 2 ਸ਼ਤਰਾਂ ਅਤੇ 8-8 ਅੱਖਰਾਂ ਦੇ 4 ਪਦ, ਕੁੱਲ 32 ਅੱਖਰ ਮੰਨੇ ਗਏ। ਹਰ ਇੱਕ ਪਦ ਦਾ 5ਵਾਂ ਅੱਖਰ ਲਘੂ ਅਤੇ 6ਵਾਂ ਗੁਰੂ ਹੁੰਦਾ ਹੈ, ਤੇ ਦੂਜੇ ਅਤੇ ਚੌਥੇ ਪਦ ਵਿੱਚ 7ਵਾਂ ਅੱਖਰ ਲਘੂ ਹੋਣਾ ਬਹੁਤ ਜ਼ਰੂਰੀ ਹੈ। ਸਤਿਗੁਰਾਂ ਦੀ ਬਾਣੀ ਵਿੱਚ ਕਈ ਸ਼ਲੋਕ ਦੋਹੇ ਦੀ ਚਾਲ ਦੇ 24-24 ਮਾਤਰਾ ਵਾਲੇ, 13-11 ਉੱਤੇ ਉਹਦਾ ਵਿਸ਼ਰਾਮ, ਉਹਦੀ ਵੰਡ ਹੁੰਦੀ ਹੈ, ਅਤੇ ਮਾਤਰਕ ਛੰਦ ਅਤੇ ਲਘੂ ਵਾਲਿਆਂ ਨੂੰ ਵੀ ਸ਼ਲੋਕ ਕਿਹਾ ਜਾਂਦਾ ਹੈ। ਪਰ ਗੁਰਬਾਣੀ ਵਿੱਚ ਸ਼ਲੋਕਾਂ ਲਈ ਕੋਈ ਛੰਦ ਦੇ ਰੂਪ ਨਿਸ਼ਚਿਤ ਨਹੀਂ ਹਨ, ਨਾ ਹੀ ਪੰਕਤੀਆਂ ਦੀ ਗਿਣਤੀ ਨਿਸ਼ਚਿਤ ਹੈ, ਕਿਉਂਕਿ ਗੁਰਬਾਣੀ ਸੁਤੰਤਰ ਹੈ। ਜਿਵੇਂ ਮਾਸ ਮਾਸ ਕਰ ਮੂਰ ਝਗੜੇ, ਇਹ ਸ਼ਲੋਕ ਹੈ ਤੇ 26 ਪੰਕਤੀਆਂ ਨੇ ਜੀ। ਤੋ ਇਸ ਕਰਕੇ ਇਹ ਜਿਹੜਾ ਛੰਦ ਹੈ ਇਹਦਾ ਰੂਪ ਅਨਿਸ਼ਚਿਤ ਪ੍ਰਤੀਤ ਹੁੰਦਾ ਹੈ। ਅਸਲ ਵਿੱਚ ਇਹ ਇੱਕ ਪ੍ਰਕਾਰ ਦੀ ਤੁਕ ਸਮੂਹ ਹੈ, ਤੁਕਾਂ ਦਾ ਸਮੂਹ ਹੈ ਇਹ, ਜਿਹਦੇ 'ਚ ਇੱਕੋ ਹੀ ਭਾਵ ਦਾ ਵਿਚਾਰ ਦੀ ਪ੍ਰਧਾਨਤਾ ਰਹਿੰਦੀ ਹੈ। ਕਿਸੇ ਵਿਸ਼ੇ ਨੂੰ ਲੈ ਕੇ ਗੁਰਬਾਣੀ ਵਿੱਚ ਗੁਰੂ ਸਾਹਿਬ ਆਪਣੇ ਵਚਨਾਂ ਰਾਹੀਂ ਉਪਦੇਸ਼ ਕਰਦੇ ਨੇ। ਜਦ ਤੱਕ ਉਸ ਵਿਸ਼ੇ ਦੀ ਪੂਰੀ ਤਰ੍ਹਾਂ ਪ੍ਰਗਟਤਾ ਨਹੀਂ ਹੋ ਜਾਂਦੀ, ਤਦ ਤੱਕ ਉਸ ਸ਼ਲੋਕ ਦੀ ਰਚਨਾ ਪ੍ਰਕਿਰਿਆ ਚੱਲਦੀ ਰਹਿੰਦੀ ਹੈ, ਭਾਵੇਂ ਕਿਤਨੀਆਂ ਪੰਕਤੀਆਂ ਵਿੱਚ ਉਸ ਦਾ ਵਿਸਤਾਰ ਕਿਉਂ ਨਾ ਹੋ ਜਾਵੇ, ਕਿਉਂਕਿ ਗੁਰੂ ਸਾਹਿਬਾਨ ਦੀ ਗੁਰਬਾਣੀ ਸੁਤੰਤਰ ਹੈ। ਅਤੇ ਦੂਸਰਾ, ਸ਼ਲੋਕ ਜਿਹੜੇ ਦੋਹੇ ਦੀ ਚਾਲ ਦੇ ਵੀ ਮਿਲਦੇ ਹੈ ਸਤਿਗੁਰਾਂ ਦੇ ਰਚੇ ਹੋਏ, ਜਿਵੇਂ 9ਵੇਂ ਮਹੱਲੇ ਦੇ ਸ਼ਲੋਕ ਹਨ, ਉਹਦੇ ਸਿਰਲੇਖ ਹੇਠ। ਤੋ ਇਸ ਕਰਕੇ ਸ਼ਲੋਕ ਦੇ ਕੋਸ਼ਾਂ ਅਨੁਸਾਰ ਕਈ ਅਰਥ ਨੇ। ਜਸ, ਸ਼ਲੋਕ ਦਾ ਅਰਥ ਜਸ ਵੀ ਹੈ। ਸਵੈ ਲੋਕ, ਭਾਵ ਕਿ ਇੱਕ ਪ੍ਰਕਾਰ ਦੀ ਮੁਕਤੀ, ਸ਼ਲੋਕ, ਸਰੂਪ, ਸਮੀਪ, ਸਵੈਜ, ਇਹ 4 ਮੁਕਤੀਆਂ ਵੀ ਆ, ਉਹਦੇ ਵਿੱਚ ਇੱਕ ਸ਼ਲੋਕ ਮੁਕਤੀ ਵੀ ਹੈ। ਸਵੈ ਲੋਕ, ਸਵੈ ਨਾ ਹੁੰਦਾ ਆਪਣੇ ਆਪ ਤੋਂ, ਜੋ ਲੋ ਪ੍ਰਕਾਸ਼ ਕੂ ਕਰਨ ਵਾਲਾ। ਸਵੈ ਆਪਣੇ ਆਪ ਤੋਂ, ਲੋ ਦਾ ਨਾਮ ਹੈ ਪ੍ਰਕਾਸ਼, ਕੋ ਦਾ ਅਰਥ ਹੈ ਕਰਨ ਵਾਲਾ। ਭਾਵ ਬ੍ਰਹਮ ਭਾਵ ਦੇ ਵਿੱਚ ਉਹ ਸ਼ਲੋਕ ਜਿਹਦੇ ਵਿੱਚ ਬ੍ਰਹਮ ਦੀ ਗਿਆਨ ਦਾ ਅਤੇ ਆਪਣੇ ਆਪ ਦੇ ਵਿੱਚ ਪ੍ਰਗਟ ਕਰੇ ਉਹ ਬ੍ਰਹਮ ਗਿਆਨ ਨੂੰ, ਭਾਵ ਉਸ ਦੀ ਪ੍ਰਾਪਤੀ ਕਰਾਉਣ ਵਾਲਾ ਹੋਵੇ ਬ੍ਰਹਮ ਦੀ, ਉਹਦਾ ਗਿਆਨ, ਲੋ ਦਾ ਗਿਆਨ ਪ੍ਰਕਾਸ਼ ਕਰਨਾ ਹੋਵੇ, ਉਹਦੇ ਵਿੱਚ ਇਹ ਇਸ ਤਰ੍ਹਾਂ ਦੀ ਸ਼ਕਤੀ ਦਾ ਵਰਣਨ ਹੋਵੇ ਕਰਨ ਵਾਲਾ, ਉਹਨੂੰ ਕਹਿੰਦੇ ਸ਼ਲੋਕ। ਸ਼ਲੋਕ ਇਸ ਸੰਬੰਧ ਇੱਕ ਪ੍ਰਕਾਰ ਦੇ ਛੰਦ ਨਾਲ ਵੀ ਹੈ, ਜਿਹਦਾ ਵਰਣਨ ਉੱਪਰ ਕਿਹਾ ਗਿਆ। ਹੁਣ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ, ਜਗਤ ਵਿੱਚ ਜਿੱਥੇ ਅਸੀਂ ਜਨਮ ਲਿਆ, ਜਨਮ ਲੈ ਕੇ ਵਿਚਰ ਰਹੇ ਹਾਂ,
ਕਿ ਇਹਦਾ ਕੋਈ ਗੁਰੂ, ਮਾਤਾ, ਪਿਤਾ, ਦਾਈ, ਦਾਇਆ ਵੀ ਹੈ। ਜਿਵੇਂ ਬੱਚਿਆਂ ਦੇ ਦਾਈ ਦਾਇਆ, ਰਾਜਾ ਮਹਾਰਾਜਾਂ ਦੇ ਬੱਚੇ, ਅਤੇ ਉਹਨਾਂ ਦੇ 'ਚ ਦਾਈ ਰਾਤ ਨੂੰ ਸੁਬਾਹ ਬੱਚੇ ਨੂੰ ਖਿਡਾਉਂਦੀ, ਮਹਾਰਾਣੀ ਨੇ ਕੇਵਲ ਜਨਮ ਦੇਣਾ ਹੁੰਦਾ, ਅਤੇ ਦਾਇਆ ਜਿਹੜਾ ਉਹਦੇ ਘਰ ਵਾਲਾ ਉਹ ਬੱਚਿਆਂ ਨੂੰ ਦਿਨੇ ਖਿਡਾਉਂਦਾ, ਸੈਰ ਕਰਾਉਂਦਾ ਬਾਗਾਂ ਦੀ। ਹੋਰ ਸਿੱਧਾ ਨੇ ਉਸ ਗੱਲ ਨੂੰ ਲੈ ਕੇ ਇਹ ਪ੍ਰਸ਼ਨ ਕੀਤਾ। ਮਹਾਰਾਜ ਉੱਤਰ ਦਿੰਦੇ ਹਨ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਕਿ ਇਹਦਾ ਭਾਈ ਉਚਾਰਨ, ਮਹੱਤ ਦਾ ਉਚਾਰਨ ਅਧਿਕ ਸਹਿਤ ਹੈ, ਇਹ ਆਪਣਾ ਧਿਆਨ ਰੱਖਣਾ, ਮਹਿਤ ਨਾ ਬਣ ਜਾਏ, ਮਹੱਤ ਕਹਿਣਾ ਇਹਨੂੰ। ਗੁਰੂ ਜਿਹੜਾ ਹੈ, ਇਹਦੇ ਸ਼ਬਦ ਹੈ ਗੁਰੂ, ਇਹ ਬਹੁਤ ਧਿਆਨ ਦੇ ਨਾਲ ਇਹਦਾ ਅਰਥ ਸਮਝਣ ਵਾਲਾ ਹੈ। ਗੁਰੂ ਦਾ ਅਰਥ ਚੇਤਨ ਹੈ। ਬ੍ਰਹਮ ਵਿੱਚੋਂ ਸਭ ਤੋਂ ਪਹਿਲਾਂ ਸ਼ਬਦ ਪੈਦਾ ਹੋਇਆ, ਉਹ ਸ਼ਬਦ ਦਾ ਗੁਣ ਆਕਾਸ਼ ਵਿੱਚ ਗਿਆ, ਆਕਾਸ਼ ਵਿੱਚ ਸ਼ਬਦ ਦਾ ਗੁਣ ਫਿਰ ਪਾਉਣ ਦੇ ਵਿੱਚ ਆਇਆ। ਇਸ ਲਈ ਆਦਿ ਕਾਲ ਤੋਂ ਸ਼ਬਦ ਹੀ ਗੁਰੂ ਹੈ। ਜੈਸਾ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ। ਅਤੇ ਆਦਿ ਕਾਲ ਤੋਂ ਬਾਅਦ ਜਦੋਂ ਤੱਤਾਂ ਦੀ ਰਚਨਾ ਨਹੀਂ ਸੀ ਹੋਈ, ਸ਼ਬਦ ਤਾਂ ਉਦੋਂ ਵੀ ਸੀ। ਅਤੇ ਇਸ ਕਰਕੇ ਇਹਦੇ 'ਚ ਬੜੀ ਗੁੰਝਲਦਾਰ ਸਿਧਾਂਤਕ ਕੁੰਡੀ ਹੈ। ਆਦਿ ਕਾਲ ਜਦੋਂ ਤੱਤਾਂ ਦੀ ਰਚਨਾ ਨਹੀਂ ਸੀ ਹੋਈ, ਸ਼ਬਦ ਪਹਿਲਾਂ ਹੈ। ਜਦੋਂ ਸ਼ਬਦ ਦੀ ਵਰਤੋਂ ਉਪਦੇਸ਼ ਰੂਪ ਦੇ ਵਿੱਚ ਪਾਉਣ ਦੁਆਰਾ ਹੋਣ ਲੱਗੀ, ਫਿਰ ਉਹ ਸ਼ਬਦ ਕਰਕੇ ਪਾਉਣ ਨੂੰ ਗੁਰੂ, ਅਤੇ ਉਹ ਸੰਬੰਧ ਹੋ ਗਿਆ ਗੁਰੂ ਦਾ। ਇਸ ਕਰਕੇ ਆਖਣ ਲੱਗੇ ਬਹੁਤ ਸਾਰੇ ਜਿਹੜੇ ਸਨਾਤਨ ਮਤ ਵਾਲੇ ਨੇ, ਅਤੇ ਇੱਥੇ ਹੁਣ ਉਹੀ ਸਿਧਾਂਤ ਹੈ ਜਿਹੜਾ, ਅਤੇ ਗੁਰੂ ਦੀ ਸੱਤਾ ਪਾ ਕੇ ਪਾਉਣ ਸਾਰੇ ਤੱਤਾਂ ਦਾ ਗੁਰੂ ਪ੍ਰਧਾਨ ਬਣ ਗਿਆ, ਪੂਜਨੀਕ ਹੋ ਗਿਆ। ਇਹ ਸਿਧਾਂਤ ਨੂੰ ਭਾਈ ਗੁਰਦਾਸ ਜੀ ਨੇ ਬਿਲਕੁਲ ਹੀ ਸਪਸ਼ਟ ਕਰ ਦਿੱਤਾ ਕਿ ਕਈ ਮਤਾਂ ਵਾਲਿਆਂ ਨੇ ਪਵਨ ਨੂੰ ਗੁਰੂ ਮੰਨਿਆ, ਪਰ ਗੁਰਮਤਿ ਵਿੱਚ ਸ਼ਬਦ ਨੂੰ ਹੀ ਗੁਰੂ ਮੰਨਿਆ। ਜੈਸਾ ਕਿ ਪੌਣ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਤੋ ਇਸ ਕਰਕੇ ਪਾਣੀ ਪਿਤਾ, ਜਗਤ ਦਾ ਪਿਤਾ ਪਾਣੀ ਹੈ। ਜਿਵੇਂ ਪਿਤਾ ਤੋਂ ਸੰਤਾਨ ਦੀ ਉਤਪਤੀ ਹੁੰਦੀ ਹੈ, ਉਵੇਂ ਹੀ ਜਗਤ ਦੀ ਸਾਰੇ ਜਿੰਨੇ ਵੀ ਸਰੀਰਾਂ ਦੀ ਰਚਨਾ ਹੋਈ ਹੈ, ਪਾਣੀ ਦੁਆਰਾ ਹੀ ਪੈਦਾ ਹੋਏ ਨੇ। ਸਰੀਰ ਦੀ ਉਤਪਤੀ ਰੱਬੀ ਹੁਕਮ ਅਨੁਸਾਰ ਮਾਤਾ ਦੀ ਰਗ ਅਤੇ ਪਿਤਾ ਦੇ ਬਿੰਦ ਤੋਂ ਹੋਈ ਹੈ, ਅਤੇ ਬਿੰਦ ਵੀ ਪਾਣੀ ਹੈ ਅਤੇ ਰਗਤ ਵੀ ਪਾਣੀ ਹੈ, ਪਾਣੀ ਦੇ ਰੂਪ ਵਿੱਚ ਨਾ। ਇਸ ਕਰਕੇ ਪਾਣੀ ਪਿਤਾ ਦੀ ਨਿਆਈ ਗੁਰਬਾਣੀ 'ਚ ਹੋਰ ਥਾਵਾਂ 'ਤੇ ਕਿਹਾ, ਮਾਂ ਕੀ ਰਗਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ, ਰਗਤ ਬਿੰਦ ਕਾ ਇਹ ਤਨੁ। ਸਰੀਰ ਦੇ ਵੀ ਸਾਡੇ 8 ਧਾਤੂ ਹਨ, 4 ਸਾਡੀ ਮਾਤਾ ਤੋਂ ਮਿਲੀਆਂ ਅਤੇ 4 ਸਾਡੇ ਪਿਤਾ ਤੋਂ ਮਿਲੀਆਂ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਉਹਦੇ ਵਿੱਚ ਰਗਤ ਲਹੂ ਹੈ, ਦੂਜੇ ਸਥਾਨ 'ਤੇ ਰੋਮਨ, ਤੀਜੇ ਸਥਾਨ 'ਤੇ ਨਾੜੀਆਂ, ਚੌਥੇ ਸਥਾਨ 'ਤੇ ਚਮੜੀ ਹੈ, त्वचा ਜਿਹਨੂੰ ਕਹਿੰਦੇ ਆ, ਅਤੇ 5ਵੇਂ ਸਥਾਨ 'ਤੇ ਹੱਡੀਆਂ ਹਨ, 6ਵੇਂ ਸਥਾਨ 'ਤੇ ਬਿੰਦ ਹੈ, 7ਵੇਂ ਸਥਾਨ 'ਤੇ ਮਿੱਝ ਹੈ, 8ਵੇਂ ਸਥਾਨ 'ਤੇ ਚਰਬੀ ਹੈ। ਇਹ ਸਾਰੀਆਂ 8 ਧਾਤੂਆਂ ਜਿਹੜੀਆਂ ਨੇ, ਇਹ ਪਾਣੀ ਕਰਕੇ ਪੈਦਾ ਹੋਈਆਂ, ਨਹੀਂ ਪੈਦਾ ਨਹੀਂ ਸੀ ਹੋ ਸਕਦੀਆਂ। 4 ਖਾਣੀਆਂ ਜੋ ਸੰਸਾਰ ਦੀ ਉਤਪਤੀ, ਪਾਣੀ ਪ੍ਰਥਮ ਹੈ ਉਹਦੇ ਵਿੱਚ। ਅੰਡਜ, ਆਂਡਿਆਂ ਤੋਂ ਜੀਵ ਪੈਦਾ ਬਣਦੇ ਨੇ, ਉਹ ਪਹਿਲਾਂ ਪਾਣੀ ਦਾ ਰੂਪ ਹੀ ਹੁੰਦਾ ਆਂਡੇ ਵਿੱਚ, ਉਦੋਂ ਬਾਅਦ ਉਹ ਅੰਡਾ ਬਣਦਾ। ਜਿੰਨੇ ਆਂਡਿਆਂ ਤੋਂ ਪੈਦਾ ਹੋਣ ਵਾਲੀ ਹੈ, ਜੇਰ ਦੁਆਰਾ ਪੈਦਾ ਹੋਣ ਵਾਲੇ ਜੀਵ, ਉਹਨਾਂ ਦੇ ਦੁਆਲੇ ਸਾਰਾ ਪਾਣੀ ਹੋਈ ਹੈ। ਸਿਹਤ 'ਚ ਪਸੀਨੇ ਤੋਂ ਉਤਪਤੀ ਹੈ, ਪਸੀਨਾ ਵੀ ਪਾਣੀ ਹੈ, ਅਤੇ ਪ੍ਰਤਾਖੀ ਦਿਸਦਾ। ਉਤਪਤੀ ਜੋ ਬਨਸਪਤੀ ਹੈ, ਉਹਦੀ ਉਤਪਤੀ ਬਨਸਪਤੀ ਦੀ ਪਾਣੀ ਤੋਂ ਹੈ। ਜੇ ਪਾਣੀ ਨਾ ਹੋਵੇ ਪੌਦੇ ਕੁਮਲਾ ਜਾਂਦੇ ਨੇ। ਤੋ ਇਸ ਕਰਕੇ ਪਾਣੀ ਤੱਤ ਸੰਸਾਰ ਦੀ ਉਤਪਤੀ ਦਾ ਪਿਤਾ ਸਮਾਨ ਯੋਗਦਾਨ ਹੈ। ਇਸ ਕਰਕੇ ਜਗਤ ਦਾ ਪਿਤਾ ਪਾਣੀ ਕਿਹਾ। ਪੌਣ ਗੁਰੂ ਪਾਣੀ ਪਿਤ ਮਾਤਾ, ਪਾਣੀ ਪਿਤਾ ਜਗਤਾ, ਫਿਰ ਪਾਣੀ ਸਭ ਖਾਏ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਤੋਇਓ ਅੰਨ ਕਪਾਦ ਕਮਾਹਾਂ, ਤੋਇਓ ਤ੍ਰਿਪਵ ਗੰਨਾ, ਜਲ ਤੇ ਤ੍ਰਿਪਣ ਸਾਜਿਆ, ਘਟ ਘਟ ਜੋ ਸਮੋਏ ਕਿਹਾ। ਮਾਤਾ ਧਰਤ ਮਹੱਤ, ਧਰਤੀ ਮਹੱਤ ਵੱਡੀ ਮਾਤਾ ਹੈ। ਸਮਝਣ ਵਾਲੀ ਗੱਲ ਹੈ ਵੀ ਧਰਤੀ ਨੂੰ ਜੇ ਮਾਂ ਕਿਹਾ, ਇਹਦੇ 'ਚ ਅਕਸਰ ਗੂੜ ਰਹੱਸ ਕੀ ਹੈ, ਕਿਸ ਕਰਕੇ ਵੱਡੀ ਮਾਤਾ ਇਹ? ਇੱਕ ਤਾਂ ਉਹ ਮਾਤਾ ਨੇ ਆਪਣੀ ਆਪਣੀ ਮਾਤਾ ਤੋਂ ਆਪਾਂ ਸਾਰਿਆਂ ਨੇ ਜਨਮ ਲਿਆ, ਸਰੀਰ ਨੇ। ਆਹ ਸਭ ਤੋਂ ਵੱਡੀ ਮਾਤਾ ਜਿਹੜੀ ਧਰਤੀ ਹੈ, ਕਿਉਂ ਹੈ? ਉਹ ਇਸ ਕਰਕੇ ਹੈ ਕਿ ਇਸ ਦੀ ਗੋਦ ਵਿੱਚ ਜੀਵ ਜਨਮ ਲੈ ਕੇ
ਮਰਨ ਤੱਕ, ਮੌਤ ਤੱਕ ਇਹ ਧਰਤੀ ਸਾਨੂੰ ਸੰਭਾਲਦੀ ਹੈ। ਇਹ ਕਦੇ ਵੀ ਦੁਰਕਾਰ ਦੀ ਨਹੀਂ ਹੈ। ਜਦੋਂ ਕਿ ਜਿਹੜੀ ਪ੍ਰਤੱਖ ਜਨਨੀ ਹੈ ਉਹ ਮਾਤਾ ਬੱਚੇ ਨੂੰ ਜਨਮ ਦਿੰਦੀ ਹੈ, ਤੇ ਫਿਰ ਬਚਪਨ ਤੋਂ ਬਾਅਦ ਜਵਾਨੀ ਆ ਜਾਂਦੀ ਹੈ ਬੱਚੇ ਤੇ। ਉਹ ਜਦੋਂ ਜਵਾਨ ਹੋ ਜਾਂਦਾ ਫਿਰ ਤਾਂ ਨਹੀਂ ਸੰਭਾਲਦੀ। ਇਹ ਧਰਤੀ ਦੀ ਮਾਤਾ, ਇਹ ਜਿਹੜੇ ਧਰਤੀ ਰੂਪ ਮਾਤਾ ਹੈ, ਸਰੀਰ ਉੱਤੇ ਜੀਵ ਨੂੰ ਸਾਰੀ ਉਮਰ ਬਿਸਤਾ, ਮੂਤਰ ਇਹ ਸਾਰੇ ਮਨੁੱਖ ਸਿੱਟਦੇ ਆ, ਪਰ ਕਦੇ ਬੁਰਾ ਨਹੀਂ ਮਨਾਉਂਦੀ। ਜਦੋਂ ਕਿ ਬੱਚੇ ਜਵਾਨ ਹੋ ਜਾਣ ਤਾਂ ਜਿਸ ਮਾਂ ਤੋਂ ਜਨਮ ਲਿਆ ਹੈ, ਬੱਚੇ ਦਾ ਥੋੜ੍ਹਾ ਜਿਹਾ ਵੀ ਕਿਤੇ ਮਲ ਮੂਤਰ ਲੱਗ ਜਾਏ ਨਾ, ਥੋੜ੍ਹਾ ਜਿਹਾ, ਮਾਂ ਜਦੇ ਡਾਂਟਦੀ ਹੈ ਵੀ ਤੈਨੂੰ ਦਿਸਦਾ ਨਹੀਂ, ਤੂੰ ਗੰਦਗੀ ਲਾਤੀ ਮੇਰੇ ਵਸਤਰਾਂ ਨੂੰ, ਬਰਦਾਸ਼ਤ ਨਹੀਂ ਕਰਦੀ। ਤੇ ਧਰਤੀ ਮਾਂ ਦੇ ਨਿਆਈ ਸਭ ਨੂੰ ਆਪਣੀ ਗੋਦ ਵਿੱਚ ਸੰਭਾਲਦੀ ਹੈ। ਖਾਣਾ ਪੀਣਾ ਸਾਰੇ ਪਦਾਰਥ ਇਸ ਧਰਤੀ ਤੋਂ ਸਾਨੂੰ ਮਿਲਦੇ ਨੇ, ਕਦੇ ਦੁਰਕਾਰ ਦੀ ਨਹੀਂ ਵੀ ਤੁਸੀਂ ਸਾਡੇ ਤੇ, ਮੇਰੇ ਤੇ ਬਿਸਤਾ, ਮੇਰੇ ਜਿਸਮ ਤੇ ਸਿੱਟਦੇ ਹੋ, ਥੁੱਕ ਸਿੱਟਦੇ ਹੋ, ਗੰਦਗੀ ਸਿੱਟਦੇ ਹੋ। ਅਖੀਰ ਜਦੋਂ ਮੌਤ ਆ ਜਾਂਦੀ ਹੈ, ਸੰਸਾਰ ਦੀ ਮਾਂ ਨਹੀਂ ਮੌਤ ਤੋਂ ਬਾਅਦ ਸੰਭਾਲ ਸਕਦੀ, ਧਰਤੀ ਆਪਣੇ ਅੰਚਲ ਵਿੱਚ ਉਹਨੂੰ ਸਮੇਟ ਲੈਂਦੀ ਹੈ। ਜਨਨੀ ਇਹ ਨਹੀਂ ਕਰ ਸਕਦੀ ਜਿਹੜੀ ਸੰਸਾਰਕ ਜਨਨੀ ਹੈ। ਇਸ ਕਰਕੇ ਸਤਿਗੁਰਾਂ ਨੇ ਧਰਤੀ ਨੂੰ ਵੱਡੀ ਮਾਤਾ ਕਿਹਾ। ਜਨਨੀ ਮਾਂ ਬੱਚੇ ਨੂੰ ਪਾਲ ਕੇ ਇਹ ਆਸ ਰੱਖਦੀ ਹੈ ਕਿ ਵੱਡਾ ਹੋਊਗਾ, ਇਹ ਬੁਢਾਪੇ 'ਚ ਮੈਨੂੰ ਸੰਭਾਲੂਗਾ। ਕੀ ਧਰਤੀ ਵੀ ਆਸ ਰੱਖਦੀ ਹੈ? ਇਹ ਕਦਾਚਿਤ ਨਹੀਂ। ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ। ਧਰਤੀ ਮਾਤ ਮਹਤ ਕਰ ਓਤ ਪੋਤ ਸੰਜੋਗ ਬਣਾਇਆ। ਸਭ ਕੁਝ ਧਰਤੀ ਮਾਂ ਦੀ ਕੁੱਖ ਤੋਂ ਪੈਦਾ ਹੁੰਦਾ ਹੈ, ਉਹਦੇ ਸੰਜੋਗੀ ਧਰਤੀ ਮਾਤਾ। ਇਸ ਕਰਕੇ ਧਰਤੀ ਜਿਹੜੀ ਹੈ ਮਹਤ ਵੱਡੀ ਮਾਤਾ ਹੈ। ਤੇ ਸੀਤਾ ਨੇ ਜਦੋਂ ਪ੍ਰੀਖਿਆ ਕਰ ਦਿੰਦੀ ਥੱਕ ਗਈ, ਇੱਕ ਦਿਨ ਐਸਾ ਆਇਆ ਸੀ ਤੇ ਉਸਨੇ ਫਿਰ ਭਰੀ ਸਭਾ 'ਚ ਕਿਹਾ ਸੀ ਕਿ ਜੇ ਮੈਂ ਮਨ, ਬਾਣੀ, ਸਰੀਰ ਕਰਕੇ ਰਾਮ ਤੋਂ ਬਿਨਾਂ ਕਿਸੇ ਹੋਰ ਪੁਰਖ ਨੂੰ ਚਿਤਵਿਆ ਵੀ ਹੋਵੇ ਤਾਂ ਇਹ ਧਰਤੀ ਮਾਂ, ਮੈਂ ਪ੍ਰੀਖਿਆ ਦਿੰਦੀ ਥੱਕ ਗਈ, ਹੁਣ ਤੂੰ ਮੈਨੂੰ ਆਪਣੀ ਗੋਦ ਵਿੱਚ ਸੰਭਾਲ ਲੈ। ਧਰਤੀ ਫਟ ਗਈ ਸੀ, ਸੀਤਾ ਉਹਦੇ ਵਿੱਚ ਸਮਾ ਗਈ ਸੀ। ਇਸ ਕਰਕੇ ਧਰਤੀ ਜਿਹੜੀ ਹੈ ਵੱਡੀ ਮਾਤਾ ਹੈ। ਮਾਤਾ ਧਰਤ ਮਹਤਾ, ਇਹਨੂੰ ਵੱਡਾ ਕਿਹਾ ਹੈ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਇਹ ਜਗਤ ਨਹੀਂ ਕਰਨਾ ਪਾਠ, ਭਾਈ ਜਗਤ ਕਹਿਣਾ, ਜਿਵੇਂ ਤੁਸੀਂ ਸੁਣਿਆ, ਧਿਆਨ ਰੱਖਣਾ ਹੈ। ਸਿੱਧਾਂ ਨੂੰ ਕਿਹਾ ਦਿਵਸ, ਦਿਨ ਅਤੇ ਰਾਤ। ਕਹਿੰਦੇ ਤੁਸੀਂ ਜਿਹੜਾ ਪ੍ਰਸ਼ਨ ਕੀਤਾ ਸੀ ਵੀ ਰਾਜਿਆਂ ਦੇ ਦਾਈ ਦਾਇਆ ਹੁੰਦੇ ਨੇ, ਉਹ ਬੱਚੇ ਨੂੰ ਸੰਭਾਲਦੇ ਹੈ, ਤੇ ਕਹਿੰਦੇ ਹੁਣ ਤੁਸੀਂ ਸੁਣ ਲਓ ਚੰਗੀ ਤਰ੍ਹਾਂ। ਦਿਵਸ ਦਿਨ ਰਾਤ ਦੋਏ ਦਾਈ ਤੇ ਦਾਏ ਦੀ ਨਿਆਈ ਨੇ, ਇਹ ਖਿਡਾਵਾ ਤੇ ਖਿਡਾਵੀ ਦੋਨੇ, ਜਿਨ੍ਹਾਂ ਦੀ ਗੋਦ ਵਿੱਚ ਸਗਲ ਸਾਰਾ ਜਗਤ ਸੰਸਾਰ ਖੇਲੇ ਕੀ ਖੇਡਦਾ ਹੈ। ਭਾਵ ਜਿਸ ਤਰ੍ਹਾਂ ਰਾਜਿਆਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਦਿਨ ਭਰ ਦਾਇਆ ਖਿਡਾਉਂਦਾ ਹੈ। ਦਾਈ ਦਾ ਪਤੀ ਜਿਹੜਾ ਹੈ ਤੇ ਉਹ ਖਿਡਾਉਂਦਾ ਰਹਿੰਦਾ ਤੇ ਇੱਧਰ ਉੱਧਰ ਲੈ ਕੇ ਵੀ ਜਾਂਦਾ ਹੈ। ਜਦੋਂ ਰਾਤ ਪੈ ਜਾਂਦੀ ਹੈ ਫਿਰ ਦਾਈ ਬੱਚਿਆਂ ਨੂੰ ਸੁਲਾ ਦਿੰਦੀ ਹੈ। ਇਸ ਤਰ੍ਹਾਂ ਦਿਨ ਦਾਇਆ ਰੂਪ ਹੈ। ਉਹ ਦਾਇਆ ਰੂਪ ਹੋ ਕੇ ਸੰਸਾਰ ਦੇ ਜੀਵਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ, ਕਾਰੋਬਾਰਾਂ ਦੀਆਂ ਖਿਡਾ ਰਿਹਾ ਹੈ। ਕੋਈ ਇੱਧਰ ਭੱਜਿਆ ਫਿਰਦਾ, ਕੋਈ ਇੱਧਰ ਭੱਜਿਆ, ਇਹ ਬੱਚੇ ਖੇਡ ਰਹੇ ਨੇ, ਤੋਰੀ ਫਿਰਦਾ। ਜਦੋਂ ਰਾਤ ਨੂੰ ਥੱਕ ਟੁੱਟ ਜਾਂਦੇ ਆ, ਦਾਈ ਦੀ ਨਿਆਈ ਫਿਰ ਰਾਤ ਹੈ ਜਿਹੜੀ ਉਹ ਨੀਂਦ ਦੇ ਵਿੱਚ ਸੁਲਾ ਦਿੰਦੀ ਹੈ ਸਾਰੇ ਸੰਸਾਰ ਨੂੰ। ਜਗਤ ਬਾਲਕ ਦੀ ਨਿਆਈ ਹੈ, ਧੰਦੇ ਰੂਪ ਖੇਡ ਖੇਡ ਰਿਹਾ ਹੈ। ਰਹਿਣ ਦੇ ਦੋਇ ਦਾਈ ਦਾਇਆ, ਜਗ ਖੇਲੇ ਖੇਲ ਆਈ ਹੈ। ਦਾਈ ਦਾਇਆ ਰਾਤ ਦੇਹੋ, ਬਾਲ ਸੁਭਾਏ ਜਗਤ ਰਖਲਾਇਆ। ਦਾਈ ਦਾਇਆ ਰਾਤ ਦੇਹੋ, ਵਰਤੈ ਵਰਤਾਰਾ। ਇਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ। ਜਗਤ ਦੇ ਅਰਥ ਕੀ ਹਨ? ਜਿਹੜਾ ਜਾ ਨਾਮ ਹੈ ਜਨਮ ਲੈਣ ਦਾ, ਜਾ ਜਨਮ ਲੈ ਕੇ ਗਤ ਨਾਸ ਹੋ ਜਵੇ, ਜਾ ਗਤ, ਉਹਨੂੰ ਕਹਿੰਦੇ ਜਗਤ।